ਹਾਲੇਲੂਇਆ, ਹਾਲੇਲੂਇਆ। ਅੱਜ ਦਾ ਵਚਨ ਆ ਜਿਹੜਾ ਇਹ ਪਰਮੇਸ਼ਰ ਨੇ ਦਿੱਤਾ ਮੈਨੂੰ ਵਚਨ, ਜਿਹੜਾ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੁਣ ਪੜ੍ਹਨਾ ਹੈ। ਸਾਰਿਆਂ ਨੇ ਵਚਨ ਜਦੋਂ ਪ੍ਰਭੂ ਬੋਲਦਾ ਨਾ ਉਦੋਂ ਸਾਰੀ ਦੁਨੀਆ ਹੀ ਚੁੱਪ ਹੋ ਜਾਂਦੀ ਹੈ। ਵਚਨ ਤੇ ਧਿਆਨ ਦੇਣਾ ਤੁਸੀਂ। ਹਾਲੇਲੂਇਆ। ਅਸੀਂ ਪੜਾਂਗੇ ਇਬਰਾਨੀਆਂ ਦੀ ਪੱਤਰੀ 5 ਅਧਿਆਇਆ ਉਸ ਦੀ 7 ਐਤ ਤੋਂ ਪੜਾਂਗੇ। ਮੈਂ ਪੜ੍ਹਦੀ ਤੁਹਾਡੇ ਵਾਸਤੇ। ਹਾਲੇਲੂਇਆ। 7 ਵਿੱਚ ਲਿਖਿਆ, ਉਸ ਨੇ ਉਨੀ ਦਿਨੀ ਜਦੋਂ ਦੇਹਧਾਰੀ ਹੋਈ ਸੀ ਬਹੁਤ ਢਾਹਾਂ ਮਾਰ ਮਾਰ ਕੇ ਅਤੇ ਹੰਝੂ ਕੇਰ ਕੇਰ ਕੇ ਉਸ ਦੇ ਅੱਗੇ ਜਿਹੜਾ ਉਸ ਨੂੰ ਮੌਤ ਤੋਂ ਛੁਡਾ ਸਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਪਰਮੇਸ਼ਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਕਿਵੇਂ ਸੁਣਦਾ ਸਾਡੀਆਂ ਪ੍ਰਾਰਥਨਾ ਪਰਮੇਸ਼ਰ, ਬੇਨਤੀਆਂ? ਜਦੋਂ ਅਸੀਂ ਪਰਮੇਸ਼ਰ ਦਾ ਭੈ ਰੱਖਦੇ ਹਾਂ ਉਦੋਂ ਸੁਣਦਾ ਹੈਗਾ। ਪਰਮੇਸ਼ਰ ਨਾਲ ਪ੍ਰੇਮ ਕਰਦੇ ਹਾਂ, ਪ੍ਰਭੂ ਯਿਸੂ ਨਾਲ ਪ੍ਰੇਮ ਕਰਦੇ ਹਾਂ, ਪਰਮੇਸ਼ਰ ਦਾ ਭੈ ਰੱਖਦੇ ਹਾਂ, ਫਿਰ ਸਾਡੀਆਂ ਬੇਨਤੀਆਂ ਪ੍ਰਾਰਥਨਾ ਸੁਣੀਆਂ ਜਾਂਦੀਆਂ। ਕਿਵੇਂ ਸੁਣੀਆਂ ਜਾਂਦੀਆਂ? ਪ੍ਰਭੂ ਯਿਸੂ ਦੀ ਪ੍ਰਾਰਥਨਾ ਕਿਵੇਂ ਸੁਣੀ ਗਈ? ਪ੍ਰਭੂ ਯਿਸੂ ਮਸੀਹ ਸਾਡੀ ਤਰ੍ਹਾਂ ਹੀ ਸੀਗੇ। ਕਿਵੇਂ ਸੀ ਪ੍ਰਭੂ ਯਿਸੂ ਮਸੀਹ? ਸਾਡੀ ਤਰ੍ਹਾਂ ਇੱਕ ਮਨੁੱਖ ਸੀਗੇ। ਕੀ ਸੀ? ਇੱਕ ਮਨੁੱਖ ਧਰਤੀ ਦੇ ਉੱਤੇ ਸੇਮ ਸਾਡੇ ਵਾਂਗੂ ਸਰੀਰ ਵਿੱਚ ਆਇਆ ਸੀ। ਜਿਵੇਂ ਅਸੀਂ ਸਰੀਰ ਵਿੱਚ ਆ ਉਹ ਵੀ ਸਰੀਰ ਵਿੱਚ ਆਇਆ ਸੀ। ਜਿਵੇਂ ਸਾਨੂੰ ਭੁੱਖ ਲੱਗਦੀ ਆ ਉਹਨੂੰ ਵੀ ਭੁੱਖ ਲੱਗਦੀ ਸੀ। ਜਿਵੇਂ ਸਾਨੂੰ ਪਿਆਸ ਲੱਗਦੀ ਉਹਨੂੰ ਵੀ ਪਿਆਸ ਲੱਗਦੀ ਸੀ। ਜਿਵੇਂ ਅਸੀਂ ਤੁਰਦੇ ਫਿਰਦੇ ਕੰਮ ਕਰਦੇ ਥੱਕ ਜਾਂਦੇ ਆ ਉਹ ਵੀ ਥੱਕ ਜਾਂਦਾ ਸੀ। ਜਿਵੇਂ ਸਾਨੂੰ ਚੋਟਾਂ ਪਹੁੰਚਦੀਆਂ ਅਸੀਂ ਕਮਜ਼ੋਰ ਹੁੰਨੇ ਆ, ਉਹਨੂੰ ਵੀ ਚੋਟਾਂ ਪਹੁੰਚੀਆਂ ਉਹ ਵੀ ਕਮਜ਼ੋਰ ਸਾਡੇ ਵਾਸਤੇ ਹੋਇਆ। ਸੇਮ ਹੀ ਜਮਾ। ਆਪਦੀ ਉਦਾਹਰਨ ਲੈ ਸਕਦੇ ਆ, ਤੁਸੀਂ ਆਪਦੀ ਉਦਾਹਰਨ ਲੈ ਸਕਦੇ ਆ, ਮੈਂ ਆਪਦੀ ਉਦਾਹਰਨ ਲੈ ਸਕਦੇ ਆ। ਅਸੀਂ ਆਪਣੇ ਜਗ੍ਹਾਵਾਂ ਤੇ ਯਿਸੂ ਮਸੀਹ ਨੂੰ, ਪਰ ਫਰਕ ਕੀ ਸੀ ਉਹਦੇ ਵਿੱਚ? ਜਿਹੜਾ ਪ੍ਰਭੂ ਯਿਸੂ ਮਸੀਹ ਨੇ ਇਹ ਪ੍ਰਾਰਥਨਾ ਭੁੱਬਾਂ ਮਾਰੀਆਂ, ਢਾਹਾਂ ਮਾਰੀਆਂ ਤੇ ਕਿਵੇਂ ਮਿੰਨਤਾਂ ਕੀਤੀਆਂ ਤੇ ਕਿਵੇਂ ਉਹਨੇ ਬੇਨਤੀਆਂ ਕੀਤੀਆਂ ਤੇ ਕਿਵੇਂ ਉਸ ਦੀ ਸੁਣੀ ਗਈ। ਭੈ ਰੱਖਣ ਦੇ ਕਾਰਨ ਉਸ ਦੀ ਸੁਣੀ ਗਈ। ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਝੱਲੇ, ਜਿਹੜੇ ਉਸਨੇ ਦੁੱਖ ਭੋਗੇ, ਉਹਨਾਂ ਤੋਂ ਆਗਿਆਕਾਰੀ ਸਿੱਖੀ ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ। ਹੁਣ ਕੀ ਹੈ ਕਿ ਉਹ ਭਾਵੇਂ ਪੁੱਤਰ ਸੀ। ਕਿਹਦਾ ਪੁੱਤਰ ਸੀ? ਉਹ ਪਰਮੇਸ਼ਰ ਦਾ ਪੁੱਤਰ ਸੀ। ਉਹ ਸਵਰਗ ਚੋਂ ਆਇਆ ਸੀ, ਧਰਤੀ ਦਾ ਨਹੀਂ ਸੀ। ਉਹ ਸਵਰਗ ਚੋਂ ਆਇਆ ਸੀ, ਉਹ ਪਰਮੇਸ਼ਰ ਦਾ ਪੁੱਤਰ ਸੀ, ਉਹ ਧਰਤੀ ਦਾ ਨਹੀਂ ਸੀ। ਫਿਰ ਵੀ ਉਸਨੇ ਕੀ ਕੀਤਾ? ਵਚਨ 'ਚ ਲਿਖਿਆ ਹੈਗਾ ਕਿ ਭਾਵੇਂ ਉਹ ਪੁੱਤਰ ਸੀ, ਜਿਹੜੇ ਉਸਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ। ਜਿਹੜੇ ਦੁੱਖ ਭੋਗੇ ਉਹਨੇ ਕੀ ਸਿੱਖੀ ਉਹਨਾਂ ਤੋਂ? ਅੱਜ ਜਿਹੜੇ ਸਾਡੇ ਜੀਵਨ 'ਚ ਦੁੱਖ ਆਉਂਦੇ ਆ, ਵੇਖੋ ਕਿੱਡੇ ਕਿੱਡੇ ਦੁੱਖ ਆਉਂਦੇ ਆ ਜਿਨ੍ਹਾਂ ਦੇ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ, ਜਾਣਿਆ ਵੀ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਆ ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ, ਇਹਨੇ ਮੈਨੂੰ ਐ ਕਿਉਂ ਕਹਿਤਾ, ਇਹ ਕਿਵੇਂ ਹੋ ਗਿਆ। ਕਿੱਡਾ ਦੁੱਖ ਲੱਗਦਾ ਸਾਨੂੰ। ਉਹ ਦੁੱਖ ਦੀ ਗੱਲ ਹੋ ਰਹੀ ਹੈ ਇੱਥੇ। ਹਾਲੇਲੂਇਆ। ਤੇ ਅਸੀਂ ਵੀ ਸਾਡੇ ਦੁੱਖਾਂ ਦੇ ਵਿੱਚ ਜਦੋਂ ਪ੍ਰਭੂ ਦੇ ਕੋਲੇ ਆਏ ਸੀ ਉਦੋਂ ਤਾਂ ਅਸੀਂ ਪਾਪ ਦੇ ਨਾਲ ਲਿਪ ਤੇ ਸੀਗੇ। ਸਾਨੂੰ ਪ੍ਰਭੂ ਯਿਸੂ ਮਸੀਹ ਨੇ, ਅਸੀਂ ਆਏ ਪਾਪਾਂ ਤੋਂ ਤੋਬਾ ਕਰੀ, ਮਨ ਫਰਾਇਆ ਤੇ ਸਾਡੇ ਪਿਛਲੇ ਪਾਪ ਤਾਂ ਉਹਨੇ ਸਾਰੇ ਆਪ ਦੇ ਉੱਤੇ ਚੁੱਕ ਲਏ, ਮਿਟਾ ਦਿੱਤੇ ਤੇ ਸਾਨੂੰ ਆਤਮਾ ਦਾ ਦਾਨ ਦੇ ਦਿੱਤਾ। ਕੀ ਦਿੱਤਾ? ਸਾਨੂੰ ਆਪਦੀ ਆਤਮਾ ਦੇ ਦਿੱਤੀ। ਸਾਨੂੰ ਇੱਕ ਸਹਾਇਕ ਦੇ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਆਤਮਾ ਦਾ ਦਾਨ ਦੇ ਦਿੱਤਾ। ਜਦੋਂ ਅਸੀਂ ਤੋਬਾ ਕੀਤੀ ਫਿਰ ਅਸੀਂ ਪ੍ਰਭੂ ਯਿਸੂ ਦੇ ਵਿੱਚ ਚੱਲਣਾ ਸ਼ੁਰੂ ਕੀਤਾ। ਫਿਰ ਅਸੀਂ ਉਸ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ। ਫਿਰ ਅਸੀਂ ਉਸ ਦੀ ਪ੍ਰਾਰਥਨਾ, ਆਰਾਧਨਾ, ਸੰਗਤੀ ਕਰਨਾ ਸ਼ੁਰੂ ਕੀਤਾ। ਫਿਰ ਕੀ ਆ ਕਿ ਵੇਖੋ ਦੁੱਖ ਹਜੇ ਵੀ ਸਾਨੂੰ ਹੈਗੇ ਆ, ਧਰਤੀ ਤੇ ਹੈਗੇ ਆ ਕਿ ਨਹੀਂ?
ਹਜੇ ਵੀ ਸਾਨੂੰ ਦੁੱਖ ਹੈਗੇ ਆ, ਹਜੇ ਵੀ ਅਸੀਂ ਦੁਖੀ ਹੁੰਨੇ ਆ, ਹਜੇ ਵੀ ਅਸੀਂ ਸਤਾਏ ਜਾਂਦੇ ਆ, ਹਜੇ ਵੀ ਅਸੀਂ कहने आ कि प्रभु च आ गए, हजे भी साडे ते दुख क्यों है? क्यों कि बचन दे विच भी लिखिया है, प्रभु यीशु ने कहा जो मेरे नाम दे उत्ते निचा करदे आ, विश्वास करदे आ, वो सताए जाणगे। की करे जाणगे? वो सता। एक तां सताओ हुंदा यीशु मसीह दे नाम तो असीं जदों प्रभु दे विच चलदे आ, है ना, ते असीं शैतान दियां अभिलाषावां विच नहीं ਚੱਲਣਾ ਬੰਦ ਕਰ ਦਿੰਨੇ ਆ, ਰਾਗ ਰੰਗਾਂ ਵਿੱਚ ਚੱਲਣਾ ਬੰਦ ਕਰ ਦਿੰਨੇ ਆ, ਅਸੀਂ ਸੰਸਾਰ ਤੋਂ ਆਪਣੇ ਮਨ ਨੂੰ ਹਟਾ ਲੈਂਦੇ ਆ, ਤਾਂ ਫਿਰ ਕੀ ਕਰਦਾ ਸ਼ੈਤਾਨ? ਸਾਨੂੰ ਸ਼ੈਤਾਨ ਤੰਗ ਕਰਦਾ। ਕੀ ਕਰਦਾ ਸਾਨੂੰ? ਸ਼ੈਤਾਨ ਤੰਗ ਕਰਦਾ ਜਦੋਂ ਅਸੀਂ ਉਹਦੇ ਕੰਮਾਂ 'ਚ ਸ਼ਾਮਲ ਨਹੀਂ ਹੁੰਦੇ। ਕਿਵੇਂ ਤੰਗ ਕਰਦਾ? ਉਹ ਸਿੱਧਾ ਸਾਡੇ ਨਾਲ ਆ ਕੇ ਸਿੰਘ ਨਹੀਂ ਫਸਾਉਂਦਾ, ਉਹ ਲੋਕਾਂ ਦੇ ਵਿੱਚ ਦੀ ਆ ਕੇ ਤੰਗ ਕਰਦਾ, ਲੋਕਾਂ ਵਿੱਚ ਦੀ ਆ ਕੇ ਬੋਲਦਾ। ਕੀ ਕਰਦਾ ਉਹ? ਲੋਕਾਂ ਦੇ ਵਿੱਚ ਦੀ ਆ ਕੇ ਬੋਲਦਾ, ਬੁਰੇ ਬੁਰੇ ਕੰਮ ਗੱਲਾਂ ਬੋਲਦਾ, ਮੇਨੇ ਮਾਰਦਾ, ਲੋਕਾਂ ਵਿੱਚ ਦੀ ਆ ਕੇ ਕੰਮ ਕਰਦਾ ਜਦੋਂ ਅਸੀਂ ਉਹਦੇ ਰਾਗ ਰੰਗਾਂ ਵਿੱਚ ਸ਼ਾਮਲ ਨਹੀਂ ਹੁੰਦੇ। ਅਸੀਂ ਹੁਣ ਕੀ ਹੈ ਕਿ ਇੱਥੇ ਉਹ ਆਗਿਆਕਾਰੀ ਜਿਹੜੇ ਉਹਨੇ ਦੁੱਖ ਭੋਗੇ, ਉੱਥੋਂ ਕੀ ਸਿੱਖਿਆ ਉਸਨੇ? ਆਗਿਆਕਾਰੀ। ਵੇਖੋ ਜਦੋਂ ਅਸੀਂ ਦੁਖੀ ਹੁੰਨੇ ਆਪਣੇ ਆਪ ਨੂੰ ਜਾਂਚਦੇ ਆ, ਆਪਣੇ ਆਪ ਨੂੰ ਪਰਖਦੇ ਆ, ਆਪਾਂ मेरे च की कमी है, मेरे च की गलती है, किते मैं की बोलिया, किते मैं की सुखिया सी, किते मैं की बोलिया सी, कि मैं प्रार्थना नहीं की, किन्ने बारी मैं प्रभु की आवाज़ नूं सुन के अणसुनी करता, वचन नूं जान बुझ के मैं तोड़ता, आवाज़ नूं सुन के अणसुनी करता। आत्मा सानूं कहंदा प्रार्थना करो, आपां शरीर दे आखे लग के आलस पाउणे आ, आल मटोले करदे आ, असीं आवाज़ नूं नहीं सुनते, प्रभु की आवाज़ नूं नहीं सुनते, असीं प्रभु नूं खुश नहीं करते, आल मटोले करते। असीं जान बुझ के असीं संसार दे पिछे लग के, धन दे पिछे लग के, जान बुझ के भी असीं प्रभु का वचन तोड़ दिन्ने आ। जिवें प्रभु ने कहा 6 दिन काम कर ते 7वां दिन पर मेरी की कर, तू मेरी संगति कर, बंदगी कर, पवित्र दिन ठहराया उसने। ਹੁਣ ਇੱਥੇ ਵਚਨ ਸਿੱਖਣ ਆਉਣਾ ਪੈਂਦਾ, ਇੱਥੇ ਬੈਠਣਾ ਪੈਂਦਾ, ਇੱਥੇ ਪ੍ਰਾਰਥਨਾ ਕਰਨੀ ਪੈਂਦੀ ਆ, ਇੱਥੇ ਗੀਤ ਭਜਨ ਗਾਉਣੇ ਪੈਂਦੇ ਆ, ਇੱਥੇ ਬਹਿ ਕੇ, ਹੈ ਨਾ, ਤੇ ਆਪਾਂ ਉੱਥੇ ਕਰਨ ਵਾਲਾ ਘਰੇ। ਹੁਣ ਜੇ ਇਹਦੀ ਜਗ੍ਹਾ ਤੇ ਇੱਥੇ ਇਹ ਬੋਲਿਆ ਜਾਵੇ ਕਿ ਹਰ ਸੰਡੇ ਤੁਹਾਨੂੰ ਇੰਨਾ ਦਾਨ ਪੁੰਨ ਕੀਤਾ ਜਾਊਗਾ, ਆਹ ਚੀਜ਼ਾਂ ਤੁਹਾਨੂੰ ਮਿਲਣਗੀਆਂ, ਆਹ ਚੀਜ਼ਾਂ ਤੁਹਾਨੂੰ ਮਿਲਣਗੀਆਂ, ਇੰਨਾ ਇੰਨੇ ਤੁਹਾਨੂੰ ਬਸਤਰ ਮਿਲਣਗੇ, ਇੰਨਾ ਤੁਹਾਨੂੰ ਰੁਪਈਆ ਮਿਲੂਗਾ, ਇੰਨਾ ਤੁਹਾਨੂੰ ਸੋਨਾ ਚਾਂਦੀ ਮਿਲੂਗਾ, ਜਾਂ ਹੋਰ ਗਿਫਟ ਮਿਲਣਗੇ, ਹਰ ਸੰਡੇ ਇੱਥੇ ਇਹਦੀ ਜਗ੍ਹਾ ਤੇ ਇਹ ਰੱਖ ਦਿੱਤਾ ਜਾਵੇ, ਤਾਂ ਮੈਂ ਕਹਿੰਦੀ ਆ ਜਿਹੜੇ ਕਰੋ ਨਾ ਜਮਾ, ਜਿਨ੍ਹਾਂ ਦੇ ਗੋਡੇ ਭਿੜਦੇ ਉਹ ਵੀ ਉੱਠ ਕੇ ਤੁਰ ਪੈਣਗੇ, ਜਿਹੜੇ ਕਦੇ ਮੰਜੇ ਤੋਂ ਥੱਲੇ ਨਹੀਂ ਲੱਥੇ, ਬਿਮਾਰ ਆ ਜਿਹੜੇ ਉਹ ਵੀ ਕਹਿਣਗੇ ਚੱਲ ਗਏ, ਹੁਣ ਉੱਥੇ ਮਿਲੂਗਾ ਐਤਵਾਰ ਨੂੰ, ਉੱਥੇ ਇਹ ਸਾਨੂੰ ਮਿਲੂਗਾ ਸਾਰਾ ਕੁਝ। ਅਸੀਂ ਕੀ ਆ? ਅਸੀਂ ਸਰੀਰ ਦੇ ਵਿੱਚ ਦੇਖ ਕੇ ਵਿਸ਼ਵਾਸ ਕਰਦੇ ਆ, ਅਸੀਂ ਪ੍ਰਭੂ ਦੇ ਵਚਨਾਂ ਨੂੰ ਮਹੱਤਵਪੂਰਨ ਨਹੀਂ ਸਮਝਦੇ। ਅਸੀਂ ਪ੍ਰਭੂ ਨੂੰ ਸੱਚਾ ਪ੍ਰੇਮ ਕਰਨਾ ਹੈ, ਅਸੀਂ ਸੱਚਾ ਪ੍ਰੇਮ ਨਹੀਂ ਕਰਦੇ, ਆਲ ਮਟੋਲੇ ਕਰਦੇ ਆ। ਅਸੀਂ ਦਿਖਾਵੇ ਦੀਆਂ ਪ੍ਰਾਰਥਨਾ ਨਹੀਂ ਕਰਨੀਆਂ ਵੀ ਦੇਖ ਲਿਆ, ਪੁੱਛ ਲਿਆ, ਤਾਂ ਵਚਨ ਪੜ੍ਹਦੇ ਹੋ ਤਾਂ ਕਹਤਾ ਹਾਂ ਪੜ੍ਹਦੇ ਆ, ਪ੍ਰਾਰਥਨਾ ਕਰਦੇ ਹੋ ਹਾਂ ਕਰਦੇ ਆ, ਤੇ ਜੇ ਕਹਿਤਾ ਬਹਿ ਜਾਓ ਪ੍ਰਾਰਥਨਾ 'ਚ ਤਾਂ ਬਹਿ ਜਾਂਦੇ ਆ, ਅਗਰ ਜੇ ਨਹੀਂ ਕਿਹਾ ਜਾਂਦਾ ਤਾਂ ਨਹੀਂ ਬਹਿੰਦੇ। ਇਹਦਾ ਮਤਲਬ ਕਿ ਜਿਵੇਂ ਧੱਕਾ ਲਾ ਕੇ ਚਲਾਉਣੇ ਪੈਂਦੇ, ਧੱਕਾ ਲਾ ਕੇ ਗੇਰ, ਧੱਕਾ ਲਾ ਕੇ ਚਲਾਉਣੇ ਪੈਂਦੇ ਆ। ਧੱਕਾ ਲਾ ਕੇ ਕਿੰਨੇ ਕੁ ਦਿਨ ਚੱਲਣਗੇ, ਕਿੰਨੇ ਕੁ ਦਿਨ ਚੱਲੂ ਗੱਡੀ ਧੱਕਾ ਲਾ ਕੇ? ਮੈਂ ਤੁਹਾਨੂੰ ਆਪਦੇ ਜੀਵਨ ਦੀ ਗਵਾਹੀ ਦਊਂਗੀ, ਠੀਕ ਹੈ, ਮੈਂ ਆਪਦੇ ਬੱਚਿਆਂ ਦੀ ਵੀ ਗਵਾਹੀ ਦਊਂਗੀ ਤੁਹਾਨੂੰ। ਮੇਰੇ ਬੱਚੇ ਸੀ, ਜਦੋਂ ਮੈਂ ਤੋਬਾ ਕੀਤੀ ਸੀ, ਸਾਡੇ ਬੱਚੇ ਆਪਣੇ ਆਪ ਪ੍ਰਾਰਥਨਾ ਕਰਦੇ ਸੀ, ਆਪਣੇ ਆਪ ਥੋੜਾ ਜਿਹਾ ਕਹਿਣਾ ਪੈਂਦਾ ਸੀ, ਸਾਰੇ ਅੰਦਰ ਵੜ ਜਾਂਦੇ ਸੀ, ਘੰਟੇ ਤੋਂ ਪਹਿਲਾਂ ਬਾਹਰ ਨਹੀਂ ਨਿਕਲਦੇ ਸੀ, ਬਾਈਬਲ ਪੜ੍ਹਦੇ ਸੀ। ਛੋਟਿਆਂ ਨੂੰ ਅਸੀਂ ਇਹਨਾਂ ਨੂੰ ਸਟੱਡੀ ਕਰਾਈ, ਛੋਟਿਆਂ ਨੂੰ ਅਸੀਂ ਇਹਨਾਂ ਨੂੰ ਵਚਨ ਤੇ ਲਾਇਆ। ਜਦੋਂ ਤਾਂ ਪ੍ਰਭੂ 'ਚ ਨਹੀਂ ਸੀ, ਉਦੋਂ ਤਾਂ ਬੁਰੀਆਂ ਆਦਤਾਂ ਕੰਮ ਕਰਦੀਆਂ ਸੀ। ਆਲੇ ਕੁੱਜੇ 'ਚ 10 ਰੁਪਏ ਪਏ ਆ ਤਾਂ ਉਹ ਵੀ ਲੈ ਜਾਂਦੇ ਸੀ ਕੱਢ ਕੇ, ਆਦਤ ਸੀਗੀ ਇਹਨਾਂ ਦੇ ਵਿੱਚ ਕੰਮ ਕਰਦੀ ਸੀ।
ਜਦੋਂ ਪ੍ਰਭੂ ਦਾ ਵਚਨ ਆ ਗਿਆ ਕੋਲੇ ਤੇ ਪਤਾ ਲੱਗਿਆ ਕਿ ਚੋਰੀ ਕਰਨਾ ਪਾਪ ਹੈ ਤੇ ਇਸ ਗੱਲਾਂ ਨੂੰ ਮੰਨਿਆ। ਅੱਜ ਮਸੀਹ ਦੇ ਲੋਕ ਅਗਿਆਨਤਾ ਦੀ ਵਜ੍ਹਾ ਨਾਲ ਘਰਾਂ ਦੇ ਵਿੱਚ ਬੱਚੇ ਆ ਜਿਹੜੇ ਵਿਗੜਦੇ ਜਾਂਦੇ ਆ, ਖਰਾਬ ਹੁੰਦੇ ਜਾਂਦੇ ਆ। ਬੱਚਿਆਂ ਦੇ ਵਿੱਚ ਬੁਰੀਆਂ ਕੰਮ ਕਰਨ ਦੀਆਂ ਇੱਛਾਵਾਂ ਪੈਦਾ ਹੁੰਦੀਆਂ ਜਾਂਦੀਆਂ। ਮੈਨੂੰ ਦੱਸੋ, ਜੇ ਅਸੀਂ ਬੱਚਿਆਂ ਨੂੰ ਆਪਣੇ ਪ੍ਰਭੂ ਦੇ ਵਿੱਚ ਵਰਤ ਪ੍ਰਾਰਥਨਾ 'ਚ ਨਹੀਂ ਲਾਵਾਂਗੇ, ਉਹਨਾਂ ਨੂੰ ਇਹ ਆਦਤਾਂ ਨਹੀਂ ਪਾਵਾਂਗੇ ਵਚਨ ਪੜ੍ਹਨ ਦੀ, ਚਰਚ ਆਉਣ ਦੀ, ਪ੍ਰਾਰਥਨਾ ਕਰਨ ਦੀ, ਵਰਤ ਰੱਖਣ ਦੀ, ਛੋਟੇ ਹੁੰਦਿਆਂ ਤੋਂ ਹੀ ਅਸੀਂ ਬਚਨ ਇੱਛਾ ਇਹ ਆਦਤ ਨਹੀਂ ਪਾਵਾਂਗੇ ਤੇ ਵੱਡੇ ਹੋਣਗੇ ਜਦੋਂ ਤੇ ਫਿਰ ਦੂਸਰੀ ਆਦਤ ਤਾਂ ਸਿੱਖਣਗੇ ਹੀ ਨਾ। ਫਿਰ ਇੱਕ ਆਦਤ ਹੀ ਸਿੱਖਣਗੇ। ਚੰਗੀ ਆਦਤ ਪਾਉਣੀ ਆ ਤਾਂ ਉੱਥੋਂ ਮਾੜੀ ਆਦਤ ਨੂੰ ਜਗ੍ਹਾ ਛੱਡਣੀ ਪਊਗੀ। ਕਿਉਂ? ਅਸੀਂ ਬੱਚਿਆਂ ਨੂੰ ਚੰਗੀ ਆਦਤ ਪਾਤੀ, ਬੱਚੇ ਚੰਗੀ ਆਦਤ ਦੇ ਵਿੱਚ ਵਧਣਗੇ। ਬੱਚੇ ਮਸੀਹ ਜੀਵਨ ਦੇ ਵਿੱਚ ਚੰਗੀ ਆਦਤ ਵਧਣਗੇ, ਵਰਤ ਰੱਖਣਗੇ, ਪ੍ਰਾਰਥਨਾ ਕਰਨਗੇ, ਵਚਨ ਪੜ੍ਹਨਗੇ ਤੇ ਰੈਗੂਲਰ ਚਰਚ ਆਉਣ ਦੀ ਇੱਛਾ ਰੱਖਣਗੇ ਤੇ ਆਉਣਗੇ ਵੀ। ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਨੂੰ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ ਕਿ ਉਹ ਪਰਮੇਸ਼ਰ ਦੀ ਵੱਲੋਂ ਮਲਕੀਸੇਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ। ਹਾਲੇਲੂਇਆ। ਯਿਸੂ ਮਸੀਹ ਸਾਡਾ ਪ੍ਰਧਾਨ ਜਾਜਕ ਵੀ ਆ, ਸਾਨੂੰ ਬਚਾਉਣ ਵਿੱਚ ਸਾਮਰਥੀ ਵੀ ਹੈ। ਦੁੱਖ ਕਿਵੇਂ ਭੋਗੇ ਉਸਨੇ ਸਾਡੇ ਵਾਸਤੇ। ਮਰਕੁਸ ਦੀ ਅੰਜੀਲ ਅਸੀਂ ਪੜਾਂਗੇ 14 ਅਧਿਆਇਆ ਉਸ ਦੀ 32 ਐਤ ਤੋਂ ਲੈ ਕੇ 36 ਐਤ ਤੱਕ। ਯਿਸੂ ਮਸੀਹ ਸਾਡੀ ਸਾਰੀਆਂ ਕਮਜ਼ੋਰੀਆਂ ਤੇ ਪ੍ਰੀਖਿਆਵਾਂ ਵਿੱਚ ਤੇ ਕਮਜ਼ੋਰੀਆਂ ਦੇ ਨਾਲ ਸਾਡੀ ਤਰ੍ਹਾਂ ਹੀ ਇੱਕ ਮਨੁੱਖ ਸੀ। ਹਲਕੀ ਉਹ ਜਦ ਉਹਨੂੰ ਭੁੱਖ ਲੱਗਦੀ ਸੀ ਤਦ ਉਹ ਪੱਥਰ ਨੂੰ ਰੋਟੀ ਵਿੱਚ ਬਦਲ ਸਕਦਾ ਸੀ, ਪਰ ਉਸਨੇ ਇਹ ਕੰਮ ਨਹੀਂ ਕੀਤਾ। ਉਸਨੇ ਦੁੱਖ ਸਹਿਣ ਕੀਤਾ, ਝੱਲਿਆ, ਭੁੱਖ ਝੱਲੀ। ਉਹਨੇ ਭੁੱਖਾ ਰਹਿ ਕੇ ਉਹਨੇ ਸਾਡੇ ਵਾਸਤੇ ਕਸ਼ਟ ਭੋਗਿਆ। ਉਸਨੇ ਬਦਲ ਸਕਦਾ ਸੀ ਪਰ ਉਹਨੇ ਅਜਿਹਾ ਨਹੀਂ ਕੀਤਾ। ਮਰਕਸ 14 ਦੇ ਆਇਆ ਉਸ ਦੀ 32 ਮੈਂ ਪੜ੍ਹਦੀ ਤੁਹਾਡੇ ਲਈ। ਹਾਲੇਲੂਇਆ। ਫਿਰ ਉਹ ਗਤਸ ਨਾਮੇ ਇੱਕ ਥਾਂ ਆਏ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤਿੱਕਰ ਮੈਂ ਪ੍ਰਾਰਥਨਾ ਕਰਦਾ ਹਾਂ ਤੁਸਾਂ ਇੱਥੇ ਬੈਠੋ। ਉਸਨੇ ਪਤਰਸ ਅਤੇ ਯਕੂਬ ਅਤੇ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਹੈਰਾਨ, ਪਰੇਸ਼ਾਨ ਅਤੇ ਬਹੁਤ ਦਲਗੀਰ ਹੋਣ ਲੱਗਾ। ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤਿੱਕਰ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ। ਅਤੇ ਉਹ ਥੋੜਾ ਅੱਗੇ ਵੱਧ ਕੇ ਧਰਤੀ ਉੱਤੇ ਡਿੱਗ ਪਿਆ ਔਰ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੈਥੋਂ ਟਲ ਜਾਵੇ। ਅਤੇ ਉਹਨੇ ਆਖਿਆ, ਅੱਬਾ ਹੇ ਪਿਤਾ, ਤੈਥੋਂ ਸਭ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦੇ, ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ, ਪਰ ਉਹ ਜਿਹੜਾ ਤੂੰ ਚਾਹੁੰਦਾ ਹੈ। ਹਾਲੇਲੂਇਆ। ਹੁਣ ਇੰਨਾ ਪਰੇਸ਼ਾਨ ਦਲਗੀਰ ਹੋਣ ਲੱਗਾ, ਕਹਿੰਦਾ ਉਹਦੀ ਜਾਨ ਵੇਲਾ ਮਰਨ ਦੇ ਦਰਜੇ ਤੱਕ ਪਹੁੰਚ ਗਈ। ਕਿੰਨਾ ਦੁਖੀ ਹੋਇਆ। ਕਹਿੰਦਾ ਪ੍ਰਭੂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ, ਕਹਿੰਦਾ ਜੇ ਹੋ ਸਕੇ ਤਾਂ ਪਿਆਲਾ ਮੈਥੋਂ ਟਲ ਜਾਵੇ। ਅੱਬਾ ਹੇ ਪਿਤਾ ਕਹਿ ਕੇ, ਹੈ ਨਾ, ਅੱਬਾ ਹੇ ਪਿਤਾ ਕਹਿ ਕੇ ਪ੍ਰਾਰਥਨਾ ਕੀਤੀ। ਹੁਣ ਕੀ ਹੈ ਅੱਗੇ ਵਚਨ ਦੱਸਦਾ ਹੈ ਪਰਮੇਸ਼ਰ ਦਾ, ਯਿਸੂ ਸਾਡੀ ਸਾਰੀ ਪ੍ਰੀਖਿਆ ਕਮਜ਼ੋਰੀ ਦੇ ਨਾਲ ਸਾਡੀ ਤਰ੍ਹਾਂ ਇੱਕ ਮਨੁੱਖ ਸੀਗਾ। ਅਸੀਂ ਕਿੰਨੇ ਦੁਖੀ ਹੋ ਜਾਂਦੇ ਆ, ਕਿੰਨੇ ਪਰੇਸ਼ਾਨ ਹੋ ਜਾਂਦੇ ਆ, ਸਾਨੂੰ ਕੁਛ ਚੰਗਾ ਨਹੀਂ ਲੱਗਦਾ ਜਦੋਂ ਸਾਨੂੰ ਚੋਟ ਪਹੁੰਚਦੀ ਆ, ਦੁੱਖ ਪਹੁੰਚਦਾ ਹੈਗਾ। ਪਰ ਇਹ ਕੀ ਹੈ, ਯਿਸੂ ਮਸੀਹ ਦੇ ਵੱਲ ਦੇਖਿਆ ਜਾਵੇ ਤਾਂ ਉਹਦੇ ਦੁੱਖ ਕੀ ਸੀਗੇ। ਇੱਥੇ ਅਸੀਂ ਕੀ ਪੜ੍ਹਦੇ ਇਬਰਾਨੀਆਂ ਦੀ ਪੱਤਰੀ 'ਚ, ਜਿਹੜੇ ਉਹਨੇ ਦੁੱਖ ਭੋਗੇ ਉਹਦੇ ਤੋਂ ਕੀ ਸਿੱਖਿਆ? ਆਗਿਆਕਾਰੀ। ਕੀ ਸਿੱਖਿਆ ਤੋਂ? ਆਗਿਆਕਾਰੀ। ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਉਹਦੀ ਇੱਛਾ ਦੇ ਅਨੁਸਾਰ ਉੱਤਰ ਨਹੀਂ ਦਿੱਤਾ। ਅੱਜ ਸਾਨੂੰ ਵੀ ਸਾਡੀ ਇੱਛਾ ਦੇ ਅਨੁਸਾਰ ਉੱਤਰ ਨਹੀਂ ਮਿਲਦਾ। ਸਾਨੂੰ ਦੁੱਖ ਭੋਗਣੇ, ਅਸੀਂ ਆਗਿਆਕਾਰੀ ਸਿੱਖਣੀ, ਅਸੀਂ ਕੁੜਕੜਾਉਣਾ ਨਹੀਂ।
ਅਸੀਂ ਉਹਦੀ ਆਵਾਜ਼ ਨੂੰ ਸੁਣਨਾ, ਬੁੜਬੜਾਉਣਾ ਨਹੀਂ। ਅਸੀਂ ਉਹਦੇ ਅੱਗੇ ਪ੍ਰਾਰਥਨਾ ਕਰਨੀ, ਅੱਬਾ ਹੇ ਪਿਤਾ, ਇਹ ਦੁੱਖ, ਇਹ ਸਮੱਸਿਆਵਾਂ, ਇਹ ਸਾਰਾ ਕਸ਼ਟ ਤੋਂ ਪ੍ਰਾਰਥਨਾ ਕਰਦੇ ਆ ਸਾਡੇ ਤੋਂ ਦੂਰ ਹਟ ਜਾਵੇ। ਪਰ ਫਿਰ ਵੀ ਸਾਡੀ ਮਰਜ਼ੀ ਨਹੀਂ, ਬਲਕਿ ਤੇਰੀ ਮਰਜ਼ੀ, ਤੇਰੀ ਇੱਛਾ ਪੂਰੀ ਹੋਵੇ ਪ੍ਰਭੂ। ਅੱਬਾ ਹੇ ਪਿਤਾ। ਤੇ ਉਸ ਦੇ ਵਿੱਚ ਅਸੀਂ ਆਗਿਆਕਾਰੀ ਸਿੱਖਦੇ ਆ। ਕੀ ਸਿੱਖਦੇ ਆ ਉਸ ਤੇ? ਆਗਿਆਕਾਰੀ। ਅਸੀਂ ਵਚਨ ਪੜ੍ਹਦੇ ਆ, ਸੰਗਤੀ ਕਰਦੇ ਆ, ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ, ਗੁਨਾਹ, ਪਾਪ ਦਿਖਾਈ ਦਿੰਦੇ ਆ। ਅਸੀਂ ਮੰਨਦੇ ਆ, ਅਸੀਂ ਛੱਡਦੇ ਆ, ਇੱਕ ਇੱਕ ਕਰਕੇ ਉੱਤੋਂ ਪ੍ਰਾਰਥਨਾ ਕਰਦੇ, ਪ੍ਰਭੂ ਦੇ ਨੇੜੇ ਆਉਣੇ ਆ। ਉੱਤੋਂ ਚੰਗਾ ਪਾਣੀ ਪੈਂਦਾ ਜਾਂਦਾ ਤੇ ਗੰਦਾ ਪਾਣੀ ਵਿੱਚੋਂ ਨਿਕਲਦਾ ਜਾਂਦਾ। ਸਾਡੇ ਜੀਵਨ ਚੋਂ ਗੰਦਗੀਆਂ ਨਿਕਲਦੀਆਂ ਜਾਂਦੀਆਂ। ਜਿਵੇਂ ਆਗਿਆਕਾਰੀ ਕਰਦੇ ਆ, ਅਸੀਂ ਛੱਡਦੇ ਜਾਂਦੇ ਆ। ਅਸੀਂ ਤੋਬਾ ਵੱਲ ਮੁੜਦੇ ਆ, ਅਸੀਂ ਰੋਨੇ ਆ, ਅਸੀਂ ਦੁਖੀ ਹੁੰਨੇ ਆ, ਅਸੀਂ ਨਮਰ ਹੁੰਨੇ ਆ ਕਿ ਇਹ ਮੇਰੇ ਹੀ ਕਾਰਨ, ਮੇਰੇ ਪਾਪਾਂ ਦੇ ਕਾਰਨ, ਮੇਰੀਆਂ ਕਮੀਆਂ ਦੇ ਕਾਰਨ ਇਹ ਕਸ਼ਟ, ਦੁੱਖ ਮੇਰੇ ਤੇ ਆਇਆ ਸੀ। ਆਪਣੇ ਜੀ ਨੂੰ ਦੋਸ਼ੀ ਠਹਿਰਾਉਣਾ, ਅਸੀਂ ਕਿਸੇ ਦੂਸਰੇ ਨੂੰ ਦੋਸ਼ ਨਹੀਂ ਲਾਉਣੇ, ਨਹੀਂ ਤਾਂ ਸਾਡਾ ਕਸ਼ਟ ਵੱਧ ਜਾਂਦਾ। ਫਿਰ ਆਪਣੇ ਆਪ ਨੂੰ ਜਾਂਚਣਾ, ਚੈੱਕ ਕਰਨਾ, ਪਰਖਣਾ, ਚਾਹੇ ਅਸੀਂ ਆਪਦੇ ਘਰ 'ਚ ਹੈ, ਚਾਹੇ ਅਸੀਂ ਬਾਹਰ ਹੈ। ਹਾਲੇਲੂਇਆ। ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖਣਾ ਹੈਗਾ। ਇਹੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈਗਾ, ਆਗਿਆਕਾਰੀ। ਇਬਰਾਨੀਆਂ 2 ਤੇ ਆਇਆ, ਉਸ ਦੀ 18 ਚ ਕੀ ਲਿਖਿਆ ਹੈਗਾ, ਅਸੀਂ ਪੜਾਂਗੇ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਿਆਵੇ ਵਿੱਚ ਪੈ ਕੇ ਦੁੱਖ ਝੱਲਿਆ, ਤਾਂ ਉਹਨਾਂ ਦੀ ਜਿਹੜੇ ਪਰਤਿਆਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ। ਅਸੀਂ ਪਰਤਿਆਵੇ ਵਿੱਚ ਪੈਂਦੇ ਆ, ਕੀ ਕਰਦੇ ਆ? ਅਸੀਂ ਪਰਤਿਆਵੇ ਵਿੱਚ ਪੈਂਦੇ ਆ, ਉਹ ਸਾਡੀ ਸਹਾਇਤਾ ਕਰ ਸਕਦਾ। ਕੀ ਕਰ ਸਕਦਾ? ਸਾਨੂੰ ਪਰਤਿਆਵੇ ਚੋਂ ਕੱਢ ਸਕਦਾ, ਸਾਡੀ ਸਹਾਇਤਾ ਕਰ ਸਕਦਾ। ਕੋਈ ਮਰਜ਼ੀ, ਕਿਸੇ ਮਰਜ਼ੀ ਰੰਗ ਦਾ ਪਰਤਿਆਵਾ ਹੋਵੇ, ਕਿਸੇ ਮਰਜ਼ੀ ਰੰਗ ਦਾ ਦੁੱਖ ਹੋਵੇ, ਇਹ ਪਰਤਿਆਵਾ ਹੁੰਦਾ। ਜਿਹੜੇ ਦੁੱਖ ਹੁੰਦੇ ਆ, ਪਰਤਿਆਵਾ ਹੁੰਦਾ। ਸਾਡਾ ਪਰਤਿਆਵਾ ਹੁੰਦਾ। ਅਸੀਂ ਪਰਖੇ ਜਾਂਦੇ ਆ, ਜਾਂਚੇ ਜਾਂਦੇ ਆ, ਅਸੀਂ ਪਰਖੇ ਜਾਂਦੇ ਆ, ਫਿਰ ਤਾੜੇ ਜਾਂਦੇ ਆ ਅਸੀਂ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕੀ। ਖੜੇ ਜਾਾਂਗੇ, ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੇ ਅੱਗੇ। ਕੋਈ ਵੀ ਤੁਹਾਨੂੰ ਇਹੋ ਜੀ ਕੋਈ ਵੀ ਕਮੀ ਮਹਿਸੂਸ ਹੋਈ ਆਪਣੇ ਜੀਵਨ 'ਚ, ਤਾਂ ਤੁਸੀਂ ਤੋਬਾ ਕਰ ਸਕਦੇ ਹੋ, ਪ੍ਰਭੂ ਦੇ ਅੱਗੇ ਮੰਨ ਸਕਦੇ ਹੋ, ਆਪਦੇ ਪਾਪਾਂ ਨੂੰ ਛੱਡ ਸਕਦੇ ਹੋ। ਕੋਈ ਵੀ ਤੁਹਾਨੂੰ ਇਹੋ ਜਿਹਾ ਦਿਖਿਆ ਕਿ ਮੈਂ ਕਿਵੇਂ ਭਾਵਿਕ ਹੋ ਕੇ ਕਿਵੇਂ ਪ੍ਰਭੂ ਤੋਂ ਦੂਰ ਭੱਜਿਆ, ਘਰਦਿਆਂ ਤੋਂ ਦੂਰ ਭੱਜਿਆ, ਦੁੱਖ ਤੋਂ ਦੂਰ ਭੱਜਿਆ, ਮੈਂ ਹੋਰ ਦੁੱਖ ਦੇ ਵਿੱਚ, ਹੋਰ ਗੁੱਸੇ 'ਚ ਮੈਂ ਹੋਰ ਪਾਪ ਕੀਤੇ, ਉਲਟਾ ਮੈਨੂੰ ਉਹਨਾਂ ਦੀ ਪਾਪ ਕਰਨ ਦੀ ਬਜਾਏ ਮੈਨੂੰ ਪ੍ਰਾਰਥਨਾ ਕਰਨੀ ਚਾਹੀਦੀ ਸੀ, ਮੈਨੂੰ ਮਾਫ ਕਰਨਾ ਚਾਹੀਦਾ ਸੀ, ਮੈਨੂੰ ਉਹਨਾਂ ਦੇ ਲਈ ਸੁੱਖ ਸ਼ਾਂਤੀ ਮੰਗਣੀ ਚਾਹੀਦੀ ਸੀ, ਮੈਨੂੰ ਇਹ ਸਾਰੇ ਕੰਮ ਕਰਨੇ ਚਾਹੀਦੇ ਸਨ, ਤੇ ਮੈਂ ਉਹਨਾਂ ਦੀ ਇਹ ਕੰਮ ਕਰਨ ਦੀ ਬਜਾਏ ਉਲਟਾ ਮੈਂ ਪਾਪ ਕੀਤਾ। ਤੁਹਾਨੂੰ ਮਹਿਸੂਸ ਹੋਇਆ ਤਾਂ ਤੁਸੀਂ ਮੰਨ ਸਕਦੇ ਹੋ ਤੇ ਛੱਡ ਸਕਦੇ ਹੋ, ਤੋਬਾ ਕਰ ਸਕਦੇ ਹੋ, ਤੇ ਤੁਸੀਂ ਅੱਗੇ ਤੋਂ ਪ੍ਰਭੂ ਦੇ ਵਿੱਚ ਆਗਿਆਕਾਰੀ ਹੋ ਕੇ ਦੁੱਖਾਂ ਨੂੰ ਸਹਿਣ ਕਰਕੇ, ਤੇ ਪ੍ਰਭੂ ਵੇਲੇ ਸਿਰ ਸਾਡੀਆਂ ਪ੍ਰਾਰਥਨਾ ਦਾ ਉੱਤਰ ਦੇਵੇਗਾ ਤੇ ਸਮਾਂ ਵਧੀਆ ਉੱਤਰ ਦੇਵੇਗਾ ਆਪਦੀ ਇੱਛਾ ਦੇ ਅਨੁਸਾਰ, ਤੇ ਅਸੀਂ ਬਹੁਤ ਹੀ ਸੰਤੁਸ਼ਟ ਕੀਤੇ ਜਾਵਾਂਗੇ, ਬਹੁਤ ਹੀ ਅਸੀਂ ਆਨੰਦ ਤੇ ਖੁਸ਼ ਕੀਤੇ ਜਾਵਾਂਗੇ ਜਦੋਂ ਪ੍ਰਭੂ ਪਰਮੇਸ਼ਰ ਆਪਦੀ ਇੱਛਾ ਦੇ ਅਨੁਸਾਰ ਸਾਨੂੰ ਦਿੰਦਾ ਉੱਤਰ। ਤੇ ਮੈਂ ਕਹਿੰਦੀ ਆ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਉੱਤਰ ਆਉਂਦਾ ਜਿਹੜਾ ਉਹ ਬੈਸਟ ਹੈ, ਉਹ ਪ੍ਰਭੂ ਯਿਸੂ ਦੀ ਇੱਛਾ ਦੇ ਅਨੁਸਾਰ ਉੱਤਰ ਆਉਂਦਾ, ਉਹ ਵਧੀਆ ਹੈ, ਉਹੀ ਮਹੱਤਵਪੂਰਨ ਹੈ, ਉਹੀ ਚੰਗਾ ਹੈ। ਉਹਦੇ ਵਿੱਚ ਬਹੁਤ ਸਾਰੀ ਸੁਗੰਧੀਆਂ, ਖੁਸ਼ਬੂ, ਆਨੰਦ, ਖੁਸ਼ੀ ਹੈ। ਹਾਲੇਲੂਇਆ, ਹਾਲੇਲੂਇਆ। ਸਵਰਗੀ ਪਿਤਾ ਪਰਮੇਸ਼ਰ, ਪ੍ਰਾਰਥਨਾ ਕਰਦੇ ਆ ਤੇਰੇ ਚਰਨਾਂ 'ਚ ਅੱਜ ਜਿੰਨੇ ਵੀ ਤੇਰੀ ਹਜ਼ੂਰੀ 'ਚ ਆਏ ਆਸ ਉਮੀਦ ਲੈ ਕੇ, ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਅੱਜ ਇਹਨਾਂ ਦੇ ਸਾਰੇ ਦੁੱਖ, ਸਮੱਸਿਆਵਾਂ, ਕਸ਼ਟ ਆ ਜਿਹੜੇ ਯਿਸੂ ਮਸੀਹ ਦੇ ਨਾਮ 'ਚ ਕੈਂਸਲ ਕਰਦੀ ਹਾਂ, ਸਾਰੀਆਂ ਰਿਪੋਰਟਾਂ ਨੂੰ ਰੱਦ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸਾਰੇ ਝਗੜਿਆਂ ਨੂੰ, ਸਾਰੀਆਂ ਸਮੱਸਿਆਵਾਂ ਨੂੰ, ਸਾਰੇ ਉਹ ਪਹਾੜਾਂ ਨੂੰ ਹੁਕਮ ਕਰਦੀ ਹਾਂ ਉਖੜ ਕੇ ਇਹਨਾਂ ਦੇ ਸਾਹਮਣਿਓ ਪ੍ਰਭੂ ਜੀ ਹਟ ਜਾਣ ਤੇ ਉਹ ਸਮੁੰਦਰ 'ਚ ਜਾ ਪੈਣ, ਫਿਰ ਕਦੇ ਵਾਪਸ ਨਾ ਨਿਕਲਣ ਉਸ ਸਮੁੰਦਰ 'ਚੋਂ। ਪ੍ਰਭੂ ਜੀ ਵਾਪਸ ਆਉਣ ਵਾਲੇ ਰਾਸਤਿਆਂ ਨੂੰ ਮੈਂ ਬੰਦ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਨਾਲ, ਯਿਸੂ ਮਸੀਹ ਦੇ ਲਹੂ ਦੇ ਨਾਲ। ਪ੍ਰਭੂ ਯਿਸੂ ਮਸੀਹ ਉਹ ਰਾਸਤਿਆਂ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਤੇ ਖੋਲ੍ਹਦੀਆਂ ਜੋ ਤੇਰੇ ਵੱਲੋਂ ਰਾਸਤੇ ਆਉਂਦੇ ਹਨ, ਤੇਰੇ ਵੱਲੋਂ ਆਸ਼ੀਸ਼ਾਂ ਬਰਕਤਾਂ ਆਉਂਦੀਆਂ ਹਨ, ਤੇਰੇ ਵੱਲੋਂ ਜੀਵਨ ਆਉਂਦਾ ਪ੍ਰਭੂ, ਤੇਰੇ ਵੱਲੋਂ ਪ੍ਰੇਮ, ਆਨੰਦ, ਸ਼ਾਂਤੀ ਆਉਂਦੀ ਹੈ ਇਹਨਾਂ ਦੇ ਘਰਾਂ, ਪਰਿਵਾਰਾਂ ਤੇ ਬੱਚਿਆਂ ਤੇ, ਇਹਨਾਂ ਦੇ ਪ੍ਰਭੂ ਜੀ ਸਭ ਘਰ ਦੇ ਵਿੱਚ ਆਸ-ਪਾਸ
ਸਭ ਰਹਿਣ ਵਾਲਿਆਂ ਦੇ ਉੱਤੇ ਪ੍ਰਭੂ ਜੀ ਤੇਰੀ ਆਸ਼ੀਸ਼ ਨੂੰ ਮੈਂ ਖੋਲ ਦਿੰਨੀ ਆ। ਪਿਤਾ ਪਰਮੇਸ਼ਰ ਬਰਕਤ ਸ਼ਾਂਤੀ ਨੂੰ ਖੋਲ ਦਿੰਨੀ ਆ। ਪਿਤਾ ਤੇਰੇ ਹੱਥਾਂ 'ਚ ਸੌਂਪਦੀ ਆ। ਇਹ ਆਤਮਾ 'ਚ ਵੱਧਦੇ ਜਾਣ, ਤੇਰੇ ਵਿੱਚ ਬਲੈਸ ਹੁੰਦੇ ਜਾਣ। ਪ੍ਰਭੂ ਮੈਂ ਪ੍ਰਾਰਥਨਾ ਕਰਕੇ ਤੇਰੇ ਹੱਥਾਂ 'ਚ ਸੌਂਪਦੀ ਆ। ਯਿਸੂ ਮਸੀਹ ਦੇ ਨਾਂ 'ਚ ਮੰਗਦੇ ਹਾਂ ਸਾਰੀ ਪ੍ਰਾਰਥਨਾ। ਆਮੀਨ, ਆਮੀਨ।